ਧੋਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਸ਼ਬਦ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਵਿਖੇ ਬੰਦੀ ਛੋੜ ਦੀਵਾਲੀ ਦੇ ਪੁਰਬ ਤੇ ਦੂਰੋਂ ਨੇੜਿਓਂ ਚੱਲ ਕਰਕੇ ਪਹੁੰਚੀ ਹੋਈ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡਿਆਂ ਭਾਗਾਂ ਵਾਲੇ ਹਾਂ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਤੇ ਮਿਹਰਾਮਤ ਭਰਿਆ ਬਖਸ਼ਿਸ਼ ਭਰਿਆ ਹੱਥ ਸਾਡੇ ਸਿਰ ਤੇ ਰੱਖਿਆ ਹੈ ਔਰ ਬਖਸ਼ਿਸ਼ ਕੀਤੀ ਹੈ। ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ ਕਿ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਨਾਨਕ ਮੱਤਾ ਸਾਹਿਬ ਵਿਖੇ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕ ਮੱਤਾ ਸਾਹਿਬ ਅਤੇ ਇਲਾਕੇ ਦੀਆਂ ਸਿੱਖ ਸੰਗਤਾਂ ਰਲ ਮਿਲ ਕੇ ਬੰਦੀ ਛੋੜ ਦਿਵਸ ਦੇ ਇਸ ਮਹਾਨ ਪੁਰਬ ਨੂੰ ਹਰ ਸਾਲ ਦੀ ਤਰ੍ਹਾਂ ਮਨਾ ਰਹੇ ਹਾਂ। ਪਿਛਲੇ ਸਾਲਾਂ ਦੇ ਵਿੱਚ ਜੋ ਚੱਲ ਰਹੀ ਕਰੋਨਾ ਮਹਾਮਾਰੀ ਕਰਕੇ ਜੋ ਪਿਛਲੇ ਸਾਲ ਬਿਲਕੁਲ ਹੀ ਦੀਵਾਨ ਨਹੀਂ ਸਜੇ, ਉਸ ਤੋਂ ਪਹਿਲਾਂ ਵੀ ਬਹੁਤ ਘੱਟ ਗੁਰੂ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਹਾਜ਼ਰੀ ਭਰਨ ਦਾ ਸਮਾਂ ਜੋ ਹੈ ਸੰਗਤਾਂ ਨੂੰ ਪ੍ਰਾਪਤ ਨਹੀਂ ਸੀ ਹੋਇਆ, ਕਿਉਂਕਿ ਕਰੋਨਾ ਮਹਾਮਾਰੀ ਕਰਕੇ ਸਾਰੇ ਹੀ ਵੱਡੇ ਸਮਾਗਮ ਜਿਹੜੇ ਸਨ ਜਨਤਕ ਥਾਵਾਂ ਤੇ ਉਹ ਬੰਦ ਸਨ। ਤੋ ਇਸ ਵਾਰ ਗੁਰੂ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ ਜੋ ਇਹ ਦੀਵਾਲੀ ਦਾ ਮੇਲੇ ਦੇ ਰੂਪ ਦੇ ਵਿੱਚ ਪਿਛਲੇ ਸਾਲਾਂ ਵਿੱਚ ਲਗਭਗ 15 ਕੁ ਦਿਨ ਇਹ ਮੇਲਾ ਚੱਲਦਾ ਸੀ। ਇਸ ਵਾਰ ਪ੍ਰਸ਼ਾਸਨ ਨੇ ਜੋ 7-8 ਦਿਨ ਦੀ ਪ੍ਰਵਾਨਗੀ ਪ੍ਰਾਪਤ ਹੋਈ ਹੈ, ਤੋਂ 3 ਤਰੀਕ ਤੋਂ ਲੈ ਕਰਕੇ 11 ਤਰੀਕ ਤੱਕ ਮੇਲੇ ਦੇ ਰੂਪ ਵਿੱਚ ਔਰ ਧਾਰਮਿਕ ਦੀਵਾਨ ਜੋ ਹੈ ਬਾਬਾ ਅਲਮਸਤ ਦੀਵਾਨ ਹਾਲ ਦੇ ਵਿੱਚੋਂ ਅੱਜ ਤੋਂ ਲੈ ਕਰਕੇ 6 ਤਰੀਕ ਤੱਕ ਲਗਾਤਾਰ ਇਹ ਧਾਰਮਿਕ ਦੀਵਾਨ ਚੱਲਣਗੇ, ਜਿਸ ਦੇ ਵਿੱਚ ਕਥਾਵਾਚਕ ਸਹਿਬਾਨ, ਢਾਡੀ ਜਥੇ, ਕਵੀਸ਼ਰ ਜਥੇ ਆਪ ਜੀ ਨੂੰ ਗੁਰੂ ਜਸ ਸਰਵਣ ਕਰਵਾਉਣਗੇ। ਸੋ ਧੁਰਕੀ ਬਾਣੀ ਦੇ ਜਾਪ ਹੋਏ ਹਨ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਮਹਾਨ ਸਮਾਗਮ ਦੇ ਬੰਦੀ ਛੋੜ ਦਿਵਸ ਦੀਆਂ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਔਰ ਨਾਲ ਹੀ ਬੇਨਤੀ ਹੈ ਆਪ ਜੀ ਨੇ ਪ੍ਰਬੰਧਕ ਜਨਾਂ ਦਾ ਸਹਿਯੋਗ ਕਰਨਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਨਾਨਕ ਮੱਤਾ ਸਾਹਿਬ ਨੇ ਜੋ ਉਪਰਾਲਾ ਕੀਤਾ ਹੈ, ਥਾਂ ਪੁਰ ਥਾਂ ਸੇਵਾਦਾਰ ਜਥੇ ਨਿਯੁਕਤ ਕੀਤੇ ਹਨ। ਸੋ ਆਪ ਜੀ ਨੇ ਆਪਣੀਆਂ ਗੱਡੀਆਂ ਕਾਰ ਪਾਰਕਿੰਗ ਦੇ ਵਿੱਚ ਖੜੀਆਂ ਕਰਨੀਆਂ ਹਨ ਅਤੇ ਜੋੜਾ ਘਰ, ਗੱਠੜੀ ਘਰ ਦੇ ਵਿੱਚ ਸੇਵਾਦਾਰ ਸੇਵਾਵਾਂ ਨਿਭਾ ਰਹੇ ਨੇ। ਦਸ਼ਮੇਸ਼ ਖਾਲਸਾ ਦਲ ਕਿੱਛਾ ਤੋਂ ਅਤੇ ਦਸ਼ਮੇਸ਼ ਖਾਲਸਾ ਦਲ ਪੁੰਨਾਪੁਰ ਖਟੀਮਾ ਖੇਤਰ ਜੋ ਹੈ, ਆਪ ਗੱਠੜੀ ਘਰ ਅਤੇ ਜੋੜਾ ਘਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਆਪਣਾ ਜੋ ਗੱਠੜੀ ਹੈ, ਜੋੜੇ ਹਨ, ਉਸ ਸਥਾਨ ਤੇ ਜਮ੍ਹਾਂ ਕਰਨੇ ਹਨ। ਇਸੇ ਤਰ੍ਹਾਂ ਗੁਰੂ ਕੇ ਲੰਗਰਾਂ ਵਿੱਚ ਸੇਵਾਦਾਰ ਨਿਯਤ ਹਨ, ਹਰਿਮੰਦਰ ਸਾਹਿਬ ਵਿਖੇ ਸੇਵਾਦਾਰ ਨਿਯਤ ਹਨ। ਸਾਫ ਸਫਾਈ ਦਾ ਖਿਆਲ ਰੱਖਣਾ ਹੈ, ਸੇਵਾਦਾਰਾਂ ਦਾ, ਪ੍ਰਬੰਧਕ ਜਨਾਂ ਦਾ ਆਪ ਜੀ ਨੇ ਸਹਿਯੋਗ ਕਰਨਾ ਹੈ ਤਾਂ ਕਿ ਆਪਾਂ ਇਸ ਮਹਾਨ ਸਮਾਗਮ ਦੇ ਵਿੱਚ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਔਰ ਮੇਲੇ ਤੋਂ ਬਿਨਾਂ
ਕੋਸ਼ਿਸ਼ ਕਰੀਏ ਕੁਝ ਸਮਾਂ ਗੁਰੂ ਘਰ ਦੇ ਵਿੱਚ ਬੈਠ ਕਰਕੇ, ਦੀਵਾਨ ਹਾਲ ਵਿੱਚ ਬੈਠ ਕਰਕੇ ਆਪਾਂ ਗੁਰੂ ਜਸ ਸਰਵਣ ਕਰਕੇ ਲਾਭ ਪ੍ਰਾਪਤ ਕਰੀਏ ਜੀ। ਸੋ ਹੁਣ ਮੈਂ ਬੇਨਤੀ ਕਰਾਂਗਾ, ਪ੍ਰਾਰੰਭਤਾ ਦੇ ਸਮੇਂ ਭਾਈ ਇਕਬਾਲ ਸਿੰਘ ਜੀ ਜੋ ਸਾਡੇ ਪਾਸ ਉਚੇਤੇ ਤੌਰ ਤੇ ਲੁਧਿਆਣੇ ਤੋਂ ਪਹੁੰਚੇ ਹਨ, ਜਿਨ੍ਹਾਂ ਤੇ ਗੁਰੂ ਸਾਹਿਬਾਂ ਦੀ ਅਪਾਰ ਬਖਸ਼ਿਸ਼ ਹੈ। ਭਾਵੇਂ ਕਿ ਪੰਥਕ ਦੇ ਮਸਲੇ ਵੀ ਜਿੱਥੇ ਹੋਣ, ਆਪ ਜੀ ਪਹੁੰਚ ਕਰਕੇ ਆਪਣੀ ਹਾਜ਼ਰੀ ਲਵਾਉਂਦੇ ਹਨ। ਸੋ ਉਚੇਚੇ ਤੌਰ ਤੇ ਪ੍ਰਬੰਧਕ ਜਨਾਂ ਨੇ ਉਹਨਾਂ ਨੂੰ ਕਥਾ ਵਿਚਾਰਾਂ ਵਾਸਤੇ ਇਸ ਮਹਾਨ ਬੰਦੀ ਛੋੜ ਦਿਵਸ ਦੇ ਸਮਾਗਮ ਵਿੱਚ ਆਪ ਸੰਗਤਾਂ ਦੇ ਰੂਬਰੂ ਪੇਸ਼ ਕਰਨ ਵਾਸਤੇ ਉਚੇਚੇ ਤੌਰ ਤੇ ਬੁਲਾਇਆ ਹੈ। ਮੈਂ ਬੇਨਤੀ ਕਰਾਂਗਾ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਇਕਬਾਲ ਸਿੰਘ ਜੀ ਲੁਧਿਆਣੇ ਵਾਲੇ ਕਥਾਵਾਚਕ ਸਾਹਿਬਾਨ, ਆਪ ਜੀ ਨੂੰ ਇਹ ਪਹਿਲੀ ਹਾਜ਼ਰੀ ਹੈ। ਲਗਭਗ 25 ਮਿੰਟ ਵਾਸਤੇ ਆਪ ਜੀ ਇਹਨਾਂ ਪਾਸੋਂ ਸਰਵਣ ਕਰੋਗੇ ਗੁਰਮਤਿ ਵਿਚਾਰ ਕਥਾ। ਭਾਈ ਸਾਹਿਬ ਭਾਈ ਇਕਬਾਲ ਸਿੰਘ ਜੀ ਕਥਾਵਾਚਕ ਸਾਹਿਬਾਨ ਲੁਧਿਆਣੇ ਵਾਲੇ। ਪਰਵਿੰਦਰ ਕੌਰ ਕਰਮਚਾਰ ਤੋਂ ਜਿੱਥੇ ਵੀ ਨੇ ਜਾਂ ਟਰਾਲੀ 'ਚ ਪਹੁੰਚ ਜਾਂਦਾ ਦੀਵਾਨ ਹੋਣ ਆ ਜਾਣਾ 25 ਉਹ ਪਰਿਵਾਰ ਨਾਲ ਵਿਛੜ ਗਏ ਨੇ ਤੇ ਲਾਂਚਮੈਂਟ ਕੇ ਅਟਾ ਨਹੀਂ ਪਾਉਂਦੇ ਪਰਵਿੰਦਰ ਕੌਰ ਕਰਮਚਾਰ ਤੋਂ ਜਾਂ ਟਰਾਲੀ 'ਚ ਆ ਜਾਣ ਜਾਂ ਦੀਵਾਨ ਹੁਣ ਕਿਰਪਾ ਕਿੱਥੇ ਨਹੀਂ ਮਿਲੇਗਾ ਕਿਤੇ ਅਨਾਉਂਸਮੈਂਟ ਕਰਦੇ ਬੀਬੀ ਪਲਵਿੰਦਰ ਕੌਰ ਕਿਰਮਚਾ ਵਾਲੇ ਉਹ ਜਿੱਥੇ ਵੀ ਹੋਣ ਆਪਣੀ ਟਰਾਲੀ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ। ਬੀਬੀ ਪਲਵਿੰਦਰ ਕੌਰ ਕਿਰਮਚਾ ਵਾਲੇ ਉਹਨਾਂ ਦੇ ਸੰਗੀ ਸਾਥੀ ਉਹਨਾਂ ਦਾ ਇੰਤਜ਼ਾਰ ਕਰ ਰਹੇ ਹਨ, ਸੋ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ। ਤੁਮਰੀ ਸ਼ਰਨ ਤੁਮਾਰੀ ਆਸਾ, तुम ही सज्जन सुहेले, राखो राखन हार दयाला, नानक कर के गोले। इको घट कर दो जी। राखो राखन हार दयाला, नानक करके गोले। वाहिगुरु जी का खालसा, वाहिगुरु जी की फतेह। गज वज के आखो जी, वाहिगुरु जी का खालसा, वाहिगुरु जी की फतेह। करोड़ां खंडां ब्रह्मंडां दे मालक धन 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 सतगुरु श्री गुरु ग्रंथ साहिब महाराज जी बख्शिश कर रहे हैं बड़ी वड्डी। गुरु साहब बख्शनहार हैं, बख्शिशां वरता रहे हैं। ते साडी अवस्था यह है कि लेख्या कते
ਨਾਲੇ ਉਹ ਵੀ ਹਨ ਜਿਹੜੇ ਬੜੇ ਦੂਰੋਂ ਨੇੜੋਂ ਕਦਮ ਕਦਮ ਚੱਲ ਕੇ ਆ ਰਹੇ ਹਨ, ਪਰ ਮੇਲਾ ਹੀ ਦੇਖੀ ਜਾਂਦੇ ਹਨ। ਬਾਹਰ ਦਾ ਝੂਠਾ ਮੇਲਾ ਦੇਖੇ ਨੇ, ਸੱਚਾ ਮੇਲਾ, ਸੱਚਾ ਮੇਲ ਜਨਮ ਜਨਮਾਂਤਰਾਂ ਦੀ ਅਸੀਂ ਵਿਛੜੇ ਹੋਏ ਹਾਂ। ਸਾਡਾ ਮੇਲਾ ਕਰਾਉਣਾ ਏ ਸੱਚੇ ਸਤਿਗੁਰ ਨੇ। ਜਿਸ ਗੁਰੂ ਦੇ ਲੜ ਸਾਨੂੰ ਗੁਰੂ ਨਾਨਕ ਸਾਹਿਬ ਜੀ ਲਾ ਕੇ ਗਏ ਹਨ, 10ਵੇਂ ਜਾਮੇ ਚ ਬਚਨ ਕਹਿਤਾ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਤੇ ਗੁਰੂ ਘਰ ਆਏ ਆ, ਖਾਲੀ ਨਾ ਜਾਈਏ। ਵੱਡੀ ਦਾਤ ਸਤਿਗੁਰ ਦੀ ਨਜ਼ਰ ਲੈ ਲਈਏ ਬਸ, ਕਿਉਂਕਿ ਜੇ ਨਜ਼ਰ ਮਿਲ ਗਈ ਸਭ ਕੁਝ ਮਿਲ ਗਿਆ, ਜੇ ਨਜ਼ਰ ਨਾ ਹੋਈ ਤੇ ਕੁਝ ਨਹੀਂ ਮਿਲਿਆ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਸੋ ਜਿਹੜੀਆਂ ਸੰਗਤਾਂ ਆ ਰਹੀਆਂ ਹਨ ਉਹਨਾਂ ਚਰਨ ਚ ਬੇਨਤੀ, ਭਾਈ ਵਿਸ਼ੇਸ਼ ਤੌਰ ਤੇ ਅੱਜ ਬੰਦੀ ਛੋੜ ਦਿਵਸ ਹੈ, ਦੀਪਾਵਲੀ ਦਾ ਪੁਰਬ ਹੈ, ਤੇ ਗੁਰੂ ਗੋਬਿੰਦ ਦੇ ਕਈ ਹੁਕਮਨਾਮੇ ਜਿਨ੍ਹਾਂ ਚ ਜ਼ਿਕਰ ਕੀਤਾ ਵੀ ਦੀਪਾਵਲੀ ਕੋ ਜ਼ਰੂਰ ਆਵਣਾ। ਸ਼੍ਰੀ ਅਨੰਦਪੁਰ ਸੇ ਤੋਂ ਹੁਕਮਨਾਮੇ ਲਿਖੇ ਜਾਂਦੇ ਸਨ। ਅਸਾਮ ਦੇ ਇਲਾਕੇ ਚ, ਪਟਨਾ ਸਾਹਿਬ ਦੇ ਇਲਾਕੇ, ਕਈ ਥਾਵਾਂ ਤੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਵਿਸ਼ੇਸ਼ ਤੌਰ ਤੇ ਹੁਕਮਨਾਮੇ ਲਿਖ ਕੇ ਭੇਜੇ, ਭਾਈ ਦੀਪਾਵਲੀ ਕੋ ਜ਼ਰੂਰ ਆਵਣਾ। ਦੋ ਵੱਡੇ ਪੁਰਬ ਸਾਲ ਦੇ ਸਨ, ਇੱਕ ਵਿਸਾਖੀ ਵਾਲਾ ਪੁਰਬ, ਵੱਡਾ ਜੋੜ ਮੇਲਾ ਜੋ ਗੁਰੂ ਅਮਰਦਾਸ ਨੇ ਭਾਈ ਪਾਰੋ ਜੁਲਕਾ ਦੀ ਬੇਨਤੀ ਤੇ ਆਰੰਭ ਕਰਤਾ ਸੀ ਗੋਇੰਦਵਾਲ ਸਾਹਿਬ ਧਰਤੀ ਤੇ ਦੂਜਾ ਜੋੜ ਮੇਲਾ ਦੀਪਾਵਲੀ ਦਾ ਹੁੰਦਾ ਸੀਗਾ। ਬੰਦੀ ਛੋੜ ਦੇ ਦਿਵਸ ਰੂਪ ਵਿੱਚ ਆਪਾਂ ਮਨਾਉਂਦੇ ਆ। ਆਪਾਂ ਸਾਰੇ ਬੰਦੀ ਚਾਂ ਤੇ ਸਤਿਗੁਰ ਨੇ ਸਾਡੇ ਬੰਧਨ ਕੱਟਨੇ ਹਨ, ਤੇ ਬੰਧਨ ਉਹਨਾਂ ਦੇ ਕੱਟੇ ਜਾਂਦੇ ਨੇ ਜਿਨ੍ਹਾਂ ਨੇ ਪੱਲਾ ਪਕੜ ਲਿਆ। 52 ਰਾਜਿਆਂ ਦੀ ਰਿਹਾਈਆਂ ਹੋਈਆਂ ਕਿਉਂਕਿ ਪੱਲਾ ਪਕੜ ਲਿਆ ਉਹਨਾਂ ਨੇ। 52 ਕਲੀਆਂ ਦਾ ਚੋਲਾ ਅੱਜ ਵੀ ਮੌਜੂਦ ਹੈ ਲੁਧਿਆਣੇ ਕੋਲ, ਕੁਡਾਣੀ ਕਲਾ ਪਿਆ ਹੋਇਆ ਪਿਆ। ਆਪਾਂ ਹੀ ਪੱਲਾ ਪਕੜ ਲਈਏ, ਪਰ ਆਪਾਂ ਪੱਲਾ ਪਕੜਨ ਵਾਲੇ ਨਹੀਂ। ਇਹ ਬੇਨਤੀ ਕਰਨੀ, ਹਮ ਅੰਧਲੇ ਅੰਧ ਵਿਖਿਆ ਬਿਖਰਾਤੇ, ਅਸੀਂ ਆਤਮਿਕ ਭਗਤ ਤੋਂ ਅੰਨੇ ਆ, ਅਸੀਂ ਕਿੱਦਾਂ ਪੱਲਾ ਪਕੜੀਏ? ਅਸੀਂ ਵਿਸ਼ੇ ਵਿਕਾਰਾਂ ਦੀ ਬਿਖ ਹੀ ਬਿਖ ਖਾਣ ਵਾਲੇ ਆ। ਹਮ ਅੰਧਲੇ ਅੰਧ ਵਿਖਿਆ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਸਾਨੂੰ ਆਪਣੇ ਪੱਲੇ ਲਾ ਲੈਣ, ਆਪਣੇ ਚਰਨੀ ਜੋੜ ਲੈਣ। ਆਓ ਜਿਤਨੇ ਮਾਈ ਭਾਈ ਬੈਠੇ ਹੋ ਅਰਦਾਸ ਕਰੀਏ, ਪਹਿਲਾਂ ਬਲਿਹਾਰ ਜਾਈਏ ਆਪਣੇ ਸਤਿਗੁਰ ਤੋਂ। ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ। ਗੱਜ ਵੱਜ ਕੇ, ਐਸੇ ਗੁਰ ਕੋ ਬਲ ਬਲ ਜਾਈਏ, ऐसे गुर को बल बल जाइए। आप मुकत मोह तारे, आप मुकत मोह तारे। आप मुकत मोह तारे, आप मुकत मोह तारे। कौन मुकत है, कौन तारन वाला है? सब तो वड्डा है वो। धन गुरु अर्जन सिंह ने बचन फरमाता, कहेंगे साडे कोल इतना ज्ञान नहीं, इतनी ध्यान साधना नहीं, साडे कोई ऐसे शुभ कर्म नहीं कि असी अंत पा सकी। इतना वड्डा है कौन? इतना वड्डा है, ज्ञान ध्यान किछ कर न जाना, सार न जाना तेरी सब ते वड्डा। एक पिपल का दरखत छोटा जिहा, बोड़ का दरखत, अत दी गर्मी पै रही है,
ਤੇ 10 ਕੁ ਮਨੁੱਖ ਨਾ ਉਸ ਦਰਖਤ ਦੀ ਛਾਂ ਥੱਲੇ ਬੈਠ ਕੇ ਠੰਡੀ ਛਾਂ ਦਾ ਸੁੱਖ ਮਾਣਦੇ ਹਨ। ਉਸ ਤੋਂ ਅੱਗੇ ਥੋੜਾ ਵੱਡਾ ਬੋੜ ਦਾ ਦਰਖਤ ਹੈ, ਉਹਦੇ ਥੱਲੇ 50 ਬੰਦੇ ਬੈਠ ਕੇ ਠੰਡੀ ਛਾਂ ਦਾ ਸੁੱਖ ਮਾਣ ਸਕਦੇ ਨੇ। ਕਹਿਣਾ ਪਵੇਗਾ ਜਿੰਨੇ ਥੱਲੇ 10 ਬੰਦੇ ਬੈਠ ਕੇ ਠੰਡੀ ਛਾਂ ਦਾ ਸੁੱਖ ਮਾਣਦੇ ਹਨ ਉਹ ਛੋਟਾ ਹੈ, ਤੇ ਜਿੰਨੇ ਥੱਲੇ 50 ਬੰਦੇ ਠੰਡੀ ਛਾਂ ਦਾ ਸੁੱਖ ਮਾਣਦੇ ਪਏ ਅੱਤ ਦੀ ਗਰਮੀ 'ਚ, ਉਹ ਬੋੜ ਦਾ ਦਰਖਤ ਵੱਡਾ ਹੈ। ਉਸ ਤੋਂ ਅੱਗੇ ਵੱਡਾ ਬੋੜ ਦਾ ਦਰਖਤ 100 ਬੰਦੇ ਨਾ ਥੱਲੇ ਬੈਠ ਕੇ ਠੰਡੀ ਛਾਂ ਦਾ ਆਨੰਦ ਮਾਣਦੇ ਪਏ, ਗਰਮੀ ਤੋਂ ਰਾਹਤ ਮਹਿਸੂਸ ਕਰਦੇ ਪਏ। ਇਤਨੀ ਦੀ ਠੰਡੀ ਛਾਂ ਘਨੇਰੀ ਬੋੜ ਦਾ ਦਰਖਤ। ਕਹਿਣਾ ਪਏਗਾ ਇਹ 10 ਨਾਲੋਂ ਵੀ ਵੱਡਾ, 50 ਜਿੱਥੇ ਬੈਠਦੇ ਉਸ ਨਾਲੋਂ ਇਹ ਵੱਡਾ ਹੈ। ਇੱਕ ਐਸਾ ਵਿਸ਼ਾਲ ਦਰਖਤ ਜਿਹਦੇ ਥੱਲੇ ਜਿੰਨੇ ਮਰਜ਼ੀ ਬੈਠਣ ਠੰਡੀ ਛਾਂ ਮਾਣ ਕਹਿਣਗੇ ਇਹ ਤਾਂ ਸਭ ਤੋਂ ਵੱਡਾ ਜੀ ਬਈ। ਇੱਕ ਅਵਤਾਰੀ ਪੁਰਖ ਹੋਏ ਕਹਿਣਗੇ ਇਹ ਸ਼ੂਦਰ ਹੈ, ਨੀਵੀਂ ਜਾਤ ਦਾ ਹੈ, ਇਹ ਸ਼ੰਭੂਕ ਰਿਸ਼ੀ ਹੈ, ਇਹਨੂੰ ਧਰਮੀ ਬਣਨ ਦਾ ਅਧਿਕਾਰ ਨਹੀਂ, ਉਹਨੂੰ ਵੱਢ ਦਿੱਤਾ ਗਿਆ, ਜੀਭ ਕੱਟ ਦਿੱਤੀ ਗਈ ਕਿ ਇਹ ਮੁਕਤ ਨਹੀਂ ਹੋ ਸਕਦਾ। ਹਜ਼ਰਤ ਈਸਾ ਜੀ ਨੇ ਕਹਿ ਦਿੱਤਾ, ਕਹਿਣਗੇ ਮੈਂ ਤਾਂ ਯਹੂਦੀਆਂ ਦਾ ਉਧਾਰ ਕਰਾਂਗਾ, ਇਹ ਦੂਜਿਆਂ ਦਾ ਜਿਹੜੇ ਈਸਾਈ ਮਤ ਧਾਰਨ ਕਰ ਉਹਨਾਂ ਦਾ ਉਧਾਰ ਕਰਨਾ, ਬਾਕੀਆਂ ਦਾ ਉਧਾਰ ਨਹੀਂ ਕਰਨਾ। ਪਰ ਗੁਰੂ ਨਾਨਕ ਜੀ ਦਾ ਘਰ ਐਸਾ ਹੈ, ਗੁਰੂ ਹਰਗੋਬਿੰਦ ਨੇ ਇਹ ਨਹੀਂ ਆਖਿਆ 52 ਰਾਜੇ ਤੁਸੀਂ ਹਿੰਦੂ ਹੋ, ਪਹਿਲਾਂ ਸਿੱਖ ਬਣੋ ਤਾਂ ਤੁਹਾਨੂੰ ਬਾਹਰ ਨਿਕਾਲਣਾ ਹੈ। ਇਹ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਅੰਦਰ ਉਹ ਜੋਤ ਹੈ ਜਿਸ ਪ੍ਰਥਾਏ ਗੁਰੂ ਅਰਜਨ ਸਿੰਘ ਨੇ ਬਚਨ ਕੀਤਾ ਕਿ ਗਿਆਨ ਧਿਆਨ ਕਿਛ ਕਰਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਵੱਡੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਇੱਥੇ ਬਖਸ਼ਾਂ ਵਰਤਾਈਆਂ, ਸਿੱਧਾਂ ਨੂੰ ਵੀ ਕਹਿਣਾ ਪੈ ਗਿਆ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਸੋਝੀ ਆ ਗਈ, ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ। ਇਤਨਾ ਵੱਡਾ ਪੁਰਖ ਪ੍ਰਗਟ ਹੋ ਗਿਆ ਜਿਨ੍ਹਾਂ ਨੂੰ ਮੰਦਰਾਂ ਚੋਂ ਧੱਕੇ ਮਾਰ ਮਾਰ ਕੇ ਬਾਹਰ ਕੱਢਿਆ ਜਾਂਦਾ ਸੀ ਕਿ ਤੁਹਾਡਾ ਉਧਾਰ ਨਹੀਂ, ਤੁਹਾਡਾ ਤਾਂ ਪਰਛਾਵਾਂ ਨਹੀਂ ਪੈਣਾ ਚਾਹੀਦਾ। ਭਗਤ ਨਾਮ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ। ਇਹ ਇਸਤਰੀ ਜਾਤ ਹੈ, ਇਹਨੂੰ ਜੰਜੂ ਪੈਣ ਦਾ ਕੋਈ ਅਧਿਕਾਰ ਨਹੀਂ, ਇਹ ਸ਼ੂਦਰ ਹੈ, ਇਹ ਧਰਮੀ ਨਹੀਂ ਹੋ ਸਕਦੀ। ਦੁਰਕਾਰਿਆ ਗਿਆ, ਫਿਟਕਾਰਿਆ ਗਿਆ, ਪੈਰਾਂ ਦੀ ਜੁੱਤੀ ਹੈ ਇਹ ਮਾਰੂ ਜ਼ਹਿਰ ਹੈ, ਇਹ ਜ਼ਹਿਰੀਲਾ ਨਸ਼ਾ ਹੈ। ਪਰ ਗੁਰੂ ਨਾਨਕ ਨੇ ਕਿਹਾ ਨਹੀਂ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਸਭ ਨੂੰ ਸੱਚੀਆਂ ਖੁਸ਼ੀਆਂ ਦੇਣ ਵਾਲੇ ਵੱਡੇ ਸਤਿਗੁਰ ਗੁਰੂ ਨਾਨਕ ਸਾਹਿਬ ਜੀ, ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ। ਸਿੱਧਾਂ ਨੂੰ ਕਹਿਣਾ ਪਿਆ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਅੱਜ ਗਵਾਲੀਅਰ ਦੇ ਕਿਲੇ ਦੇ ਅੰਦਰ ਤਾਹਾਂ ਮਾਰ ਕੇ ਰੋਂਦੇ ਪਏ ਹਨ 52 ਰਾਜੇ। ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਜਹਾਂਗੀਰ ਬਾਦਸ਼ਾਹ ਦਾ ਹੁਕਮ ਹੈ ਕਿ ਜਿਉਂਦੇ ਜੀ ਇਹ ਗਵਾਲੀਅਰ ਦੇ ਕਿਲੇ ਤੋਂ ਬਾਹਰ ਨਹੀਂ ਜਾਣਗੇ, ਜਦੋਂ ਮਰ ਜਾਣਗੇ ਇਹਨਾਂ ਲਾਸ਼ਾਂ ਸੁੱਟ ਦੇਵਾਂਗੇ ਬਾਹਰ, ਆਪੇ ਪਰਿਵਾਰ ਦੇ ਜੀ ਹੋਰ ਇਹਨਾਂ ਦੇ ਰਾਜ ਦੇ ਲੋਕ ਚੁੱਕ ਕੇ ਲੈ ਜਾਣਗੇ ਲਾਸ਼ਾਂ, ਜਿਉਂਦੇ ਜੀ ਬਾਹਰ ਨਹੀਂ ਕੱਢਣਾ। ਦਾਤਾ ਜੀ ਏਦਾਂ ਹੀ ਤੜ ਕੇ ਮਰਾਂਗੇ। ਤੁਸੀਂ ਆਏ, ਕਿਸੇ ਦੀ ਸਮਰੱਥਾ ਨਹੀਂ ਹੈ ਕਿ ਗੁਰੂ ਸਾਹਿਬ ਨੂੰ ਬੰਦੀ ਚ ਪਾ ਸਕੇ, ਨਜ਼ਰਬੰਦ ਕਰ ਸਕੇ ਗਵਾਲੀਅਰ ਦੇ ਕਿਲੇ ਚ। ਇਹ ਸਤਿਗੁਰ ਗੁਰੂ ਹਰਗੋਬਿੰਦ ਸਿੰਘ ਨੇ ਆਪ ਚੋਜ ਵਰਤਾਇਆ। ਉਹਨਾਂ 52 ਰਾਜੇ ਨੂੰ ਰਿਹਾ ਕਰਵਾਉਣ ਲਈ ਹੀ ਗਵਾਲੀਅਰ ਦੇ ਕਿਲੇ ਚ ਪਹੁੰਚੇ, 27 ਮਹੀਨੇ ਰਹੇ। ਇੱਧਰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਜਿਨ੍ਹਾਂ ਦੀ ਉਸ ਸਮੇਂ ਉਮਰ 106 ਸਾਲ ਤੋਂ ਵੀ ਉੱਪਰ ਹੈ,
ਚੇਤੇ ਨਾ ਬਾਬਾ ਬੁੱਢਾ ਜੀ, ਆਪਾਂ ਇਹੀ ਬਚਨ ਜਾਣਦੇ ਆ, ਦੇਖਦੇ ਆ ਕਿ ਬਾਬਾ ਬੁੱਢਾ ਜੀ ਬੱਚਿਆਂ ਦੇ ਵਰ ਦਿੰਦੇ, ਫੋਟੋ ਬਣੀ ਹੁੰਦੀ ਏ, ਬਾਬਾ ਬੁੱਢਾ ਜੀ ਗੰਡਾ ਭੰਨਦੇ ਪਏ ਨੇ, ਵਰ ਦਿੰਦੇ ਪਏ ਨੇ। ਪਰ ਬਾਬਾ ਬੁੱਢੇ ਦਾ ਇੱਕ ਹੋਰ ਪੱਖ ਦੇਖਿਆ, 9 ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਪ੍ਰਤੱਖ ਉਹਨਾਂ ਨੇ, 9 ਗੁਰੂ ਸਾਹਿਬ ਦੇ। ਹਾਂ ਭਾਈ 6 ਗੁਰੂ ਸਾਹਿਬਾਨ ਤਾਂ ਗੁਰਤਾ ਗੱਦੀ ਦਾ ਜ਼ਿੰਮੇਵਾਰੀ ਨਿਭਾਈ, ਤਿਲਕ ਵੀ ਦਿੱਤਾ, ਸ਼ਬਦ ਦਾ ਤਿਲਕ ਵੀ ਦਿੱਤਾ, ਬਖਸ਼ਿਸ਼ ਕੀਤੀ। ਫਿਰ ਗੁਰੂ ਹਰਿਰਾਏ ਸਾਹਿਬ ਦਾ ਬਾਲਪਨ ਦੀ ਉਮਰ ਸੀ, ਗੁਰੂ ਤੇਵਰ ਦੀ ਬਾਲਪਨ ਦੀ ਅਵਸਥਾ ਸੀਗੀ, ਗੁਰੂ ਹਰਕ੍ਰਿਸ਼ਨ ਸਾਹਿਬ ਗੁਰੂ ਗੋਬਿੰਦ ਦੇ ਸਰੀਰਕ ਰੂਪ ਵਿੱਚ ਦਰਸ਼ਨ ਦੀਦਾਰੇ ਨਹੀਂ, ਪਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਉਹਨਾਂ ਦਾ ਪਹਿਲਾ ਪ੍ਰਕਾਸ਼ ਕਰਨ ਵਾਲੇ, ਪ੍ਰਕਾਸ਼ ਦੀ ਸੇਵਾ ਨਿਭਾਉਣ ਵਾਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸ੍ਰੀ ਹਰਮੰਦਰ ਸਾਹਿਬ ਕੇ ਪਹਿਲਾ ਪ੍ਰਕਾਸ਼ ਕੀਤਾ। ਤੇ ਪਹਿਲਾ ਹੁਕਮਨਾਮਾ ਆਇਆ, ਸੂਹੀ ਮਹਿਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਤਾਂ ਬਾਬਾ ਬੁੱਢੇ ਨੇ ਕੀਤੇ ਨੇ ਨਾ, ਹੋ ਗਏ ਨਾ 9 ਗੁਰੂ ਸਾਹਿਬ। ਫਿਰ ਬਾਬਾ ਬੁੱਢੇ ਨੇ 3 ਗੁਰੂ ਸਾਹਿਬਾਨਾਂ ਨੂੰ ਘੋੜ ਸਵਾਰੀ ਸਿਖਾਈ ਹੈ, ਸ਼ਸਤਰ ਵਿਦਿਆ ਚ ਨਿਪੁੰਨ ਕੀਤਾ। ਬਾਬਾ ਬੁੱਢੇ ਕੋਲ ਬ੍ਰਹਮ ਗਿਆਨੀ ਨਹੀਂ, ਸੇਵਾ ਤੇ ਸਿਮਰਨ ਦੀ ਹੀ ਮੂਰਤ ਨਹੀਂ, ਉਹ ਬੜੇ ਵੱਡੇ ਸੂਰਮੇ ਵੀ ਹਨ ਬਾਬਾ ਬੁੱਢਾ ਜੀ। ਅੱਜ ਸ਼੍ਰੀ ਅਕਾਲ ਤਖਤ ਸਾਹਿਬ, ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ 2 ਸ਼ਮਸ਼ੀਰਾਂ, ਪੀਰੀ ਤੇ ਮੀਰੀ ਨੇ 2 ਸ਼ਮਸ਼ੀਰਾਂ ਪਈਆਂ, ਉੱਥੇ ਬਾਬਾ ਬੁੱਢਾ ਜੀ ਦੀ ਸ਼ਮਸ਼ੀਰ ਦੇ ਦਰਸ਼ਨ ਕਰਾਏ ਜਾਂਦੇ ਨੇ ਅੱਜ ਵੀ। ਬਾਬਾ ਬੁੱਢੇ ਨੇ ਗੁਰੂ ਅਰਜਨ ਸਿੰਘ ਨੂੰ ਘੋੜ ਸਵਾਰੀ ਸਿਖਾਈ ਸੀ, ਤੇ ਘੋੜ ਸਵਾਰੀ ਚ ਇਤਨਾ ਨਿਪੁੰਨ ਕੀਤਾ, ਜਦੋਂ ਗੁਰੂ ਅਰਜਨ ਸਿੰਘ ਦਾ ਵਿਵਾਹ ਦਾ ਪੁਰਬ ਸੀ ਨਾ, ਤੇ ਕੀਰਤਨ ਜਦੋਂ ਕਰਦੇ ਆਏ ਤੇ ਨਗਰ ਦੇ ਲੋਕ ਕਹਿਣਗੇ ਕੀ ਕਰਦੇ ਹੋ, ਇਹਨੂੰ ਆਪਣੀ ਧੀ ਦੇ ਨਹੀਂ, ਇਹ ਤਾਂ ਸਾਧੂਆਂ ਟੋਲਾ ਹੈ। ਉਹਨਾਂ ਨੇ ਬਹਾਨਾ ਬਣਾ ਕਿਸੇ ਤਰੀਕੇ ਵਿਵਾਹ ਕੈਂਸਲ ਹੋ ਜਾਏ, ਵਿਵਾਹ ਨਾ ਹੋਵੇ। ਗੁਰੂ ਅਰਜਨ ਸਿੰਘ ਮਾਤਾ ਗੰਗੇ ਦਾ ਕਹਿਣਗੇ ਇਹ ਸਾਡੇ ਪਿੰਡ ਦੀ ਮਰਿਆਦਾ ਹੈ, ਪਹਿਲਾਂ ਨਾ ਇਹ ਨੇਜਾ ਪੁੱਟਣਾ ਪਵੇ, ਨੇਜੇ ਨਾਲ ਘੋੜ ਸਵਾਰੀ ਕਰਦੇ ਹੋਏ। ਪਿਆਰਿਓ, ਉੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਘੋੜੇ ਤੇ ਵੀ ਅਸਵਾਰ ਹੋਏ, ਤੇ ਉਸ ਵਿੱਚ ਐਸੀ ਨਿਸ਼ਾਨਚੀ ਕੀਤੀ, ਨੇਜੇਬਾਜੀ ਕੀਤੀ। ਉਹ ਜਿਹੜਾ ਕਿੱਲਾ ਸੀਗਾ, ਕਿੱਲਾ ਨਹੀਂ ਸੀਗਾ ਅਸਲ 'ਚ, ਜੰਡ ਦਾ ਬੋੜ ਦਾ ਦਰਖਤ ਸੀਗਾ, ਉਹ ਤੋਂ ਕੱਟਿਆ ਸੀਗਾ, ਉਹਨੂੰ ਜੜ੍ਹਾਂ ਸਮੇਤ ਪੁੱਟ ਦਿੱਤਾ ਧੰਨ ਗੁਰੂ ਅਰਜਨ ਸਿੰਘ, ਨੇਜਾ ਮਾਰ ਕੇ। ਤੇ ਜਦੋਂ ਕਿੱਲਾ ਪੁੱਟਿਆ ਨਾ, ਉਹ ਜੰਡ ਦਾ ਦਰਖਤ ਜੜ੍ਹੋਂ ਪੁੱਟਿਆ ਜਦੋਂ, ਉੱਥੇ ਘੋੜਾ ਵੀ ਸ਼ਹੀਦ ਹੋ ਗਿਆ ਸੀ ਧੰਨ ਗੁਰੂ ਅਰਜਨ ਸਿੰਘ। ਉੱਥੇ ਗੁਰਦੁਆਰਾ ਬਣਿਆ, ਗੁਰਦੁਆਰਾ ਮੌਜ ਸਾਹਿਬ ਦੇ ਨਾਲ। ਧੰਨ ਗੁਰੂ ਅਰਜਨ ਸਿੰਘ ਨੇ ਇਹ ਵੀ ਬਚਨ ਕੀਤੇ, ਧੰਨ ਗੁਰੂ ਹਰਗੋਬਿੰਦ ਗੁਰੂ ਅਰਜਨ ਸਾਹਿਬ ਜੀ ਨੇ ਬਾਬਾ ਬੁੱਢੇ ਨੂੰ, ਬਾਬਾ ਬੁੱਢਾ ਜੀ ਇਹ ਬਾਲਕ ਦਲ ਭੰਜਨ ਗੁਰਸੂਰਮਾ ਗੁਰੂ ਹਰਗੋਬਿੰਦ ਸਾਹਿਬ, ਤੁਹਾਡੇ ਬਚਨ ਨਾਲ ਇਹਦਾ ਜਨਮ ਹੋਇਆ, ਹੁਣ ਇਹਨੂੰ ਸ਼ਸਤਰ ਵਿਦਿਆ, ਹਰ ਪ੍ਰਕਾਰ ਦੀ ਵਿਦਿਆ ਤੁਸੀਂ ਸਿਖਾਣੀ ਹੈ। ਤੇ ਬਾਬਾ ਬੁੱਢੇ ਨੇ ਕਿਹਾ ਸੀ, ਕਹਿੰਗੇ ਮੈਂ ਤਾਂ ਅਨਪੜ੍ਹ ਵਾਂ, ਮੈਂ ਤਾਂ ਮਾਲ ਡੰਗਰ ਚਾਰਨ ਵਾਲਾ, ਖੇਤਾਂ 'ਚ ਥੋੜਾ ਬਹੁਤਾ ਕੰਮ ਕਰ ਲੈਣਾ, ਅਨਪੜ੍ਹ ਵਾਂ, ਮੈਂ ਕੀ ਸਿਖਾਵਾਂਗਾ। ਤੇ ਧੰਨ ਗੁਰੂ ਅਰਜਨ ਸਿੰਘ ਨੇ ਬਚਨ ਕੀਤਾ, ਬਾਬਾ ਬੁੱਢਾ ਜੀ ਜਿਹੜੀ ਵਿਦਿਆ ਤੁਸੀਂ ਦੇ ਸਕਦੇ ਹੋ, ਉਹ ਵਿਦਿਆ ਕੋਈ ਹੋਰ ਦੇ ਹੀ ਨਹੀਂ ਸਕਦਾ। ਜਿਸ ਵਿਦਿਆ ਨੂੰ ਦੇਖ ਕੇ ਧੰਨ ਗੁਰੂ ਨਾਨਕ ਸਾਹਿਬ ਨੇ ਬਚਨ ਕਰਤੇ, ਉਮਰ ਤੇਰੀ ਬੱਚਿਆਂ ਲਈ, ਗੱਲਾਂ ਬੁੱਢੀਆਂ ਲਈ ਬੜੀਆਂ ਸਿਆਣੀਆਂ ਕਰਦਾ, ਤੇਰੇ ਨਾਲ ਬੁੜਾ ਨਹੀਂ, ਤੇਰੇ ਨਾਲ ਬੁੱਢਾ ਹੈ। ਬਾਬਾ ਬੁੱਢਾ ਸਾਹਿਬ ਜੀ ਬਣ ਗਏ। ਐਸੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਅਰਜਨ ਸਿੰਘ ਨੂੰ ਘੋੜਸਵਾਰੀ ਸਿਖਾਈ, ਸ਼ਸਤਰ ਵਿਦਿਆ ਸਿਖਾਈ, ਗੁਰੂ ਹਰਗੋਬਿੰਦ ਸਿੰਘ ਨੂੰ ਘੋੜਸਵਾਰੀ ਸਿਖਾਈ, ਸ਼ਸਤਰ ਵਿਦਿਆ ਚ ਨਿਪੁੰਨ ਕੀਤਾ। ਗੁਰੂ ਤੇਗ ਬਹਾਦਰ ਜੀ ਨੂੰ ਸ਼ਸਤਰ ਵਿਦਿਆ ਘੋੜਸਵਾਰੀ ਸਿਖਾਉਣ ਵਾਲੇ ਬਾਬਾ ਬੁੱਢਾ ਜੀ ਹਨ। ਚੇਤੇ ਰੱਖਣਾ, ਗੁਰੂ ਤੇਗ ਬਹਾਦਰ ਦੀ ਉਮਰ ਕੇਵਲ ਉਸ ਵੇਲੇ 12-13 ਸਾਲ ਦੀ ਸੀ, ਜਦੋਂ ਕਰਤਾਰਪੁਰ ਸੇ ਜੰਗ 'ਚ ਐਸੀ ਤੇਗ ਚਲਾਈ ਧੰਨ ਗੁਰੂ ਤੇਗ ਬਹਾਦਰ ਨੇ। ਪਹਿਲਾ ਨਾਮ ਤਿਆਗਮਲ ਵੀ ਆਖਿਆ, ਕਿਉਂਕਿ ਗੁਰੂ ਹਰਗੋਬਿੰਦ ਸਿੰਘ ਨੇ ਬਚਨ ਕੀਤਾ, ਤੂੰ ਤਿਆਗਮਲ ਨਹੀਂ, ਤੂੰ ਸਾਡਾ ਤੇਗ ਬਹਾਦਰ ਹੈ। ਕਹਿਣ ਤੋਂ ਭਾਵ ਇਹ ਸ਼ਸਤਰ ਵਿਧੀ ਚ ਨਿਪੁੰਨ ਕਰਨ ਵਾਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਉਹ ਬਾਬਾ ਬੁੱਢਾ ਜੀ ਅੱਜ 100 ਸਾਲ ਤੋਂ ਵੱਧ ਉਮਰੇ ਚੌਂਕੀ ਕੱਢਦੇ ਨੇ, ਸ਼੍ਰੀ ਹਰਿਮੰਦਰ ਸਾਹਿਬ ਪਰਿਕਰਮਾ ਕਰਦੇ। ਐਸੀ ਚੌਂਕੀ ਕੱਢਦੇ ਕੱਢਦੇ ਗਵਾਲੀਅਰ ਆ ਗਏ ਸਨ। ਗਵਾਲੀਅਰ ਸਾਰੇ ਕਿਲੇ ਦੀ ਪਰਿਕਰਮਾ ਕੀਤੀ, ਨਮਸਕਾਰ ਕੀਤੀ, ਅਰਦਾਸ ਕੀਤੀ, ਧੰਨ ਗੁਰੂ ਹਰਗੋਬਿੰਦ ਸਿੰਘ ਜਲਦੀ ਹੁਣ ਰਿਹਾਈਆਂ। ਅੰਮ੍ਰਿਤਸਰ ਦੀ ਧਰਤੀ ਸੰਗਤਾਂ ਇੰਤਜ਼ਾਰ ਕਰਦੀਆਂ ਨੇ, ਅੰਦਰ ਭਾਵਨਾ ਹੈ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ।
इधर खेड़ वरती, वजीर खान ने कह दिता, साईं मियाँ मीर ने कह दिता, ए जहांगीर तैनू जी बीमारी लगी इहदा इलाज कोई होर नहीं, तू बड़ा वड्डा गुनाहगार है, बड़ा वड्डा पापी है। गुरु अर्जन साहब ने इतना वड्डा तशद्दद किया, तशद्दद ढाया उन्होंने, उन्होंने जबर का मुकाबला सब नाल करदे यही बचन किया, तेरा किया मीठा लग गया। पर तू हुण उन्होंने सपुत्र महाबली सूरमे धन गुरु हरगोबिंद साहिब जी सच्चे पातशाह नूं ग्वालियर के किले च नजरबंद किया। उस समय ऑर्डर करता रिहाई होवे, पर 52 राजे कहन लगे सतगुर तुहाडी तां रिहाई हो गई, तुहाडी तां बेल हो गई, रिहाई हो गई। तुसी आए सानू सच्चियां खुशियां बख्शिश कीतियां, हुण तुसी चले जाओगे, असीं फिर तड़ तड़ के मरांगे। ते किरपा करो, सानू सोझी है। बाबर दे कैदखाने चों हजारां कैदियां नूं रिहा किसे होर ने नहीं, सब ते वड्डा सतगुरु नानक जिन कल राखी मेरी। गुरु नानक ने रिहाइयां बख्शिश कीतियां, ओही गुरु नानक से जो तुहाडे अंदर है। भाई गुरदास जी फरमाउंदे ना, 5 प्याले 5 पीर, छठम पीर बैठा गुरु भारी। 5 प्याले 5 गुरु साहबान, गुरु नानक साहब जी, धन गुरु अंगद साहब जी, धन गुरु अमरदास जी, धन गुरु रामदास जी, धन गुरु अर्जन साहब जी, 5 प्याले दैवी गुना दे ते 5 वड्डे पीर होए। 5 प्याले 5 पीर, पर जिहड़ा छठम पातशाह है ना, ये इकल्ला पीर नहीं है, छठम पीर बैठा गुरु भारी। अर्जन काया पलट के, गुरु अर्जन साहब जी हो, काया पलट लिए, शरीर बदल लिया तुसी। अर्जन काया पलट के, मूरत हर गोबिंद सवारी, दल भंजन गुरसूरमा। आओ सारे जपिए, दल भंजन गुरसूरमा, दल भंजन गुरसूरमा। बड़ जोधा बहु पर उपकारी, बड़ जोधा बहु पर उपकारी। बड़े वड्डे जोधे महाबली सूरमे हो, बड़े बड़े सूरमे कहाउंदे पर जुलम करते सन। पर तुसी जुलम नूं ठल पाण वाले, जुलम दी जड़ां पुट्टण वाले बड़े वड्डे पर उपकारी हो। बड़ जोधा बहु पर उपकारी। इन्हां पहाड़ी राजे नूं, इन्हां 52 राजे नूं सोझी आ गई कि साडियां रिहाइयां होर किसी ने नहीं करानियां, कल गुरु साहब करवा सकते ने। चेते रखना, जिहड़े काले 3 कानून बनाए गए हैं जबर जुलम करने वाली सरकार वालों, ਜਾਂ जबर जुलम करदियां सरकारां 1947 तो लैके लगातार निरंतर सिखां नूं इंसाफ नहीं मिलता पिया। 1984 च कतलेआम होया, कोई इंसाफ मिलिया नहीं मिलता। कमी साडे च ही है, क्योंकि असीं गुलाम हाँ, असीं बंदी होए पे हाँ। हजारां नौजवान बिना ही कारण जेलें च बंदी किते, तिहाड़ जेल च कितनियां जेलें च बंदी बना के रखे, तशद्दद ढाया जा रहा है। कल दी खबर है, एक सिख नौजवान की पेट से लिख दिता गया अतवादी। हालांकि वह परोपकारी नौजवान, बड़ी सेवा करने वाला, लंगर च सेवा करने वाला, पर उसकी पेट से लिख दिता गर्म सरी नाल ये अतवादी है। जिहड़े हक्कां दी गल करदे, इंसाफ की गल करदे, वह वखवादी, उग्रवादी, अतवादी बन जांदे। 20वीं सदी के महान जरनैल संत बाबा जरनैल सिंह भिंडरां वाले, वह भी हक की गल करते, कहेंगे ये तो अतवादी है, तो उग्रवादी, वखवादी है। कहन तो भाव जबर जुलम करने वाली सरकारां लगातार निरंतर हुण किदां सबर नाल ही हक्कां की गल करते वैसी, पिछों गड्डी चढ़ाती ना, 3 बजुर्ग मातावां बीबियां दे उपर ट्रक चढ़ाता। पर कमियां साडे च भी हैं।
ਅਸੀਂ ਆਪਣੇ ਆਪਣੇ ਝੰਡੇ ਚੁੱਕੀ ਫਿਰਦੇ ਹਾਂ। ਗੁਰੂ ਦਾ ਝੰਡਾ, ਗੁਰੂ ਦਾ ਨਿਸ਼ਾਨ ਸ ਲਿਖਿਆ ਹੁੰਦਾ ਜ਼ਰੂਰ ਹੈ ਕਿ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਦਿਵਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ, ਕਿਸਾਨਾਂ ਦੇ ਮਸੀਹਾ ਬਾਬਾ ਬੰਦਾ ਸਿੰਘ ਬਹਾਦਰ। ਹੁਣ ਬਾਬਾ ਬੰਦਾ ਸਿੰਘ ਬਹਾਦਰ ਦਾ ਮਸੀਹਾ ਕੌਣ ਹੈ? ਜਿਨ੍ਹਾਂ ਨੇ ਜ਼ਮੀਨਾਂ ਦਵਾਈਆਂ, ਹੱਕ ਦਿਵਾਏ। ਬਾਬਾ ਬੰਦਾ ਸਿੰਘ ਨੇ ਮੁਗਲਾਂ ਦੀਆਂ ਜੜ੍ਹਾਂ ਪੁੱਟੀਆਂ, ਰਾਜ ਕਾਇਮ ਕੀਤਾ, ਸਿੱਖ ਰਾਜ ਦੇ ਮੋਢੀ ਬਣੇ। ਉਹਨਾਂ ਦਾ ਮਸੀਹਾ ਕੌਣ ਹੈ? ਉਹਨਾਂ ਨੇ ਜਿਹੜੀ ਮੋਹਰ ਚਲਾਈ ਸੀ, ਜਿਹੜਾ ਸਿੱਕਾ ਚਲਾਇਆ ਸੀਗਾ, ਉਹਦੇ ਲਿਖਿਆ ਸੀ ਦੇਗੋ ਤੇਗੋ ਨੁਸਰਤ ਬੇਦਰੰਗ ਯਾਫਤੇ ਅਜ਼ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ। ਇਹ ਰਾਜ ਭਾਗ, ਇੱਕ ਫਤਿਹ ਹੋਈ ਏ, ਰਾਜ ਭਾਗ ਹੋਇਆ ਤੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਦੇ ਸਦਕਾ। ਇਸੇ ਤਰੀਕੇ ਕਿਸਾਨਾਂ ਨੂੰ ਜਿਹੜੇ ਹੱਕ ਮਿਲਨੇ ਨੇ ਨਾ, ਇਹ ਕਾਲੇ ਕਾਨੂੰਨ ਰੱਦ ਹੋਣੇ, ਇੱਕ ਨਿਸ਼ਾਨ ਸਾਡੇ ਥੱਲੇ ਹੋਣੇ ਹਨ। ਆਪਾਂ ਇੱਕ ਹੋ ਜਾਈਏ, ਆਪਾਂ ਗੁਰੂ ਨਾਨਕ ਸਾਹਿਬ ਦੀ ਓਟ ਆਸਰਾ ਲਈਏ ਤੇ ਬੇਨਤੀ ਕਰੀਏ, ਇਹ ਦਾਤਾ ਧੰਨ ਗੁਰੂ ਹਰਗੋਬਿੰਦ ਸਿੰਘ ਜੀ, ਉਹਨਾਂ 52 ਰਾਜੇ ਦੀ ਆਪਣੀ ਮੈਂ ਮੇਰੇ ਲਈ ਦੁੱਖਾਂ ਦੇ ਸਾਗ ਨੂੰ ਛੱਡ ਕੇ ਗੁਰੂ ਦੇ ਚਰਨਾਂ ਨੂੰ ਪਕੜੀਏ ਤੇ ਦਾਤਾ ਜੀ ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਉਡੀਨਾ। ਉਹ ਤਾਂ ਮੁਕਤ ਕਰਨ ਵਾਲੇ ਹਨ, ਸਾਡੇ ਬੰਧਨ ਕੱਟਣ ਵਾਲੇ ਨੇ। ਆਪਾਂ ਸਤਿਗੁਰ ਦੇ ਚਰਨਾਂ ਨੂੰ ਪਕੜੀਏ, ਅਰਦਾਸ ਕਰੀਏ, ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ। ਅਸੀਂ ਕਿਸੇ ਹੋਰ ਟੇਕ ਨਾ ਲਈਏ ਕਿ ਤੁਹਾਡੇ ਚਰਨਾਂ ਦਾ ਓਟ ਆਸਰਾ ਲਈਏ। ਸੋ ਐਸਾ ਸੁਭਾਗਾ ਸਮਾਂ ਉਦੋਂ ਹੀ ਮਿਲਦਾ ਹੈ, ਬੰਧਨ ਉਦੋਂ ਕੱਟੇ ਜਾਂਦੇ ਨੇ ਜਦੋਂ ਸਤਿਗੁਰ ਦੀ ਨਜ਼ਰ ਹੋਵੇ। ਸਤਿਗੁਰ ਦੀ ਨਜ਼ਰ 'ਚ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਸੋ ਸਤਿਗੁਰ ਜੀ ਕਿਰਪਾ ਕਰਨ। ਵੱਡੇ ਸਤਿਗੁਰ ਗੁਰੂ ਨਾਨਕ ਦੇਵ ਮਹਾਰਾਜ ਨੇ ਬੜੀਆਂ ਮੇਰਾਂ ਇਸ ਧਰਤੀ ਦੇ ਵਰਤਾਈਆਂ। ਫਿਰ 6ਵੇਂ ਪਾਤਸ਼ਾਹ ਆਪ ਚੱਲ ਕੇ ਆਏ, ਜਿਹੜਾ ਸਿੱਧਾ ਨੇ, ਜਿਹੜਾ ਪਿੱਪਲ ਦਾ ਇਹ ਦਰਖਤ, ਮਹਾਨ ਪਵਿੱਤਰ ਦਰਖਤ ਜਿਹਨੂੰ ਸਤਿਗੁਰ ਨੇ ਸੁੱਕੇ ਨੂੰ ਹਰਾ ਕੀਤਾ ਸੀ, ਉਹਨੂੰ ਅੱਗ ਲਾ ਕੇ ਸਾੜਿਆ ਤੇ ਧੰਨ ਗੁਰੂ ਹਰਗੋਬਿੰਦ ਸਿੰਘ ਨੇ ਫਿਰ ਆ ਕੇ ਕੇਸਰ ਦੇ ਛਿੱਟੇ ਦੇ ਕੇ ਇਹਨੂੰ ਫਿਰ ਹਰਾ ਭਰਾ ਕਰ ਦਿੱਤਾ। ਭਾਵ ਸਾਡੇ ਜਿਨ ਖੁਸ਼ੀਆਂ ਦੇਣ ਵਾਲੇ, ਜਿਨ ਚ ਹਰਿਆਵਲ ਲੈ ਕੇ ਆਉਣ ਵਾਲੇ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਸੱਚੀਆਂ ਖੁਸ਼ੀਆਂ, ਸਦੀਵੀ ਚੜ੍ਹਦੀ ਕਲਾ, ਹਰ ਮੈਦਾਨ ਫਤਿਹ ਹੁੰਦੀ ਹੈ ਜਦੋਂ ਆਪਾਂ ਸਤਿਗੁਰ ਦੇ ਚਰਨਾਂ ਓਟ ਆਸਰਾ ਲੈਂਦੇ ਹਾਂ। ਆ ਸਮੂਹ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇਹ ਮਹਾਨ ਦਿਹਾੜਾ, ਬੰਦੀ ਛੋੜ ਦਿਵਸ, ਉਦੋਂ 52 ਰਾਜਿਆਂ ਨੂੰ ਰਿਹਾ ਕਰਵਾਇਆ। ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ ਬ੍ਰਹਮ ਗਿਆਨੀ ਬਾਬਾ ਬੁੱਢਾ ਨੇ ਬਚਨ ਕੀਤਾ। ਭਾਈ ਗੁਰਦਾਸ ਨੇ ਕਹਿੰਦੇ ਸਤਿਗੁਰ ਜੀ ਆਏ, ਆਮਦ ਹੈ, ਖੁਸ਼ੀਆਂ ਮਨਾਈਏ। ਦੇਸੀ ਘਿਓ ਦੇ ਦੀਵੇ ਬਾਲੇ ਗਏ, ਹਰ ਪਾਸੇ ਜਗਮਗ ਜਗਮਗ ਹੋ ਰਹੀ ਏ, ਖੁਸ਼ੀਆਂ ਮਨਾਈਆਂ ਗਈਆਂ। ਤੇ ਐਸੀਆਂ ਖੁਸ਼ੀਆਂ ਨੂੰ ਆਪ ਜੀ ਸਾਂਝਾ ਕਰਨ ਲਈ ਗੁਰੂ ਚਰਨਾਂ ਦਾ ਓਟ ਆਸਰਾ ਲੈ ਕੇ ਇੱਥੇ ਦੀਵਾਨ 'ਚ ਹਾਜ਼ਰੀਆਂ ਭਰ ਰਹੇ ਹੋ। ਸੋ ਕੋਟਾਨ ਕੋਟਾਨ ਸ਼ੁਕਰਾਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਨੇ ਐਸਾ ਸਾਨੂੰ ਸਮਾਂ ਬਖਸ਼ਿਸ਼ ਕੀਤਾ। ਤੇ ਅਰਦਾਸ ਇਹੀ ਕਰਨੀ, ਸਤਿਗੁਰ ਜੀ ਬਖਸ਼ਿਸ਼ ਕਰੋ। ਇਹ ਕਾਲੇ ਕਾਨੂੰਨ ਜਿਹੜੇ ਸਰਕਾਰ ਜ਼ਬਰ ਜ਼ੁਲਮ ਕਰਨ ਲਈ ਸਰਕਾਰ ਨੇ ਬਣਾਏ ਨੇ, ਅਸੀਂ ਤੁਹਾਡੇ ਚਰਨਾਂ ਦੇ ਅਰਦਾਸ ਕਰਦਿਆਂ ਨੂੰ ਇਹਨਾਂ ਨੂੰ ਦਾਤਾ ਜੀ ਖਤਮ ਕਰੋ। ਇਹਨਾਂ ਜਿਹੜੇ ਜ਼ਬਰ ਜ਼ੁਲਮ ਕਰਨ ਇਹਨਾਂ ਨੂੰ ਸਮਤ ਬਖਸ਼ੋ, ਦੁਸ਼ਟਾਂ ਦਾ ਵੀ ਨਾਸ਼ ਹੋਏ। ਸਤਿਗੁਰ ਜੀ ਕਿਰਪਾ ਕਰਨ, ਕੋਈਆਂ ਭੁੱਲਾਂ ਬਖਸ਼ ਲੈਣੀਆਂ। ਸਮੂਹ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਬੇਅੰਤ ਬੇਸ਼ੁਮਾਰ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਭਾਈ ਇਕਬਾਲ ਸਿੰਘ ਜੀ
ਲੁਧਿਆਣਾ ਵਾਲੇ, ਉਹਨਾਂ ਪਾਸੋਂ ਆਪ ਜੀ ਨੇ ਕਥਾ ਵਿਚਾਰ ਸਰਵਣ ਕੀਤੇ ਹਨ। ਬਹੁਤ ਬਹੁਤ ਉਹਨਾਂ ਦਾ ਧੰਨਵਾਦ ਜੀ। ਹੁਣ ਆਪ ਜੀ ਦੇ ਸਨਮੁਖ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਜੂਕੇ ਵਾਲੇ ਕਥਾ ਸਾਹਿਬਾਨ ਗਿਆਨੀ पार उतारा हो जाएगा। रहमतमई बोल आउंदे ने, इहो सागर सोई तरੈ जो हर गुण गाए, साध संगत के संग वसै वड भागी पाए। ये संसार सागर नूं पार करना है तो सत्संग एक बेड़ा है। बड़े ध्यान दे नाल बचन श्रवण करने। ये सत्संगत एक बेड़ा है। जिस तरह सागर नूं पार करने वास्ते, समुंदर नूं पार करने वास्ते एक बेड़े की लोड़ पैंदी है। तो मलाह भी चंगा होवे। जे मलाह माड़ा होवेगा, बेड़ा टुटा होवेगा, असी डुब जावांगे। तो जे मलाह चंगा होवेगा, बेड़ा भी चंगा होवेगा, पार उतारा हो जाएगा। इस तरह ये सत्संग जिहड़ा है एक बेड़ा जी, जिस विच आप बैठे हो। पर बहुत घट लोगों को ये बेड़े च बैठना नसीब होंदा है। नहीं तो इधर उधर असीं मेलियां च घूमते रहने आ। सत्संग रूपी बेड़े च नहीं बैठते। तो इहदा मलाह कौन है? मलाह है धन श्री गुरु ग्रंथ साहिब जी महाराज। भाई गुरदास जी भी सत्संग की बड़ी महानता दसदे ने। सत्संग की बड़ी बड़ी महानता।
ਆਪ ਜੀ ਦੇ ਰਹਿਮਤਮਈ ਬੋਲ ਆਉਂਦੇ ਨੇ, ਜੈਸੇ ਤੂੰ ਮਰਾਲ ਮਾਲ ਬੈਠਤ ਹੈ ਮਾਨ ਸਰ, ਰਤਨ ਅਮੋਲਕ ਖਾਏ ਖਾਏ ਬੇਗਸਾਂਤ ਹੈ। ਸਿਆਣੇ ਪੁਰਖ ਬੈਠੇ ਨੇ, ਮਰਾਲ ਮਾਲ ਕਹਿੰਦੇ ਨੇ ਹੰਸ ਨੂੰ। ਜਿਸ ਤਰ੍ਹਾਂ ਹੰਸ ਮਾਨ ਸਰੋਵਰ ਦੇ ਕਿਨਾਰੇ ਤੇ ਬੈਠਾ ਹੈ ਤੇ ਮੋਤੀ ਚੁਗ ਕੇ ਤੇ ਬੜਾ ਖੁਸ਼ ਹੁੰਦਾ ਹੈ, ਤੇ ਥੋੜਾ ਜਿਹਾ ਖੋਜ ਕੀਤੀ ਜਾਵੇ, ਥੋੜਾ ਜਿਹਾ ਵਿਗਿਆਨਿਕ ਪੱਖ ਦੇਖਿਆ ਜਾਵੇ, ਹੰਸ ਜਿਹੜਾ ਮੋਤੀ ਨਹੀਂ ਜੇ ਚੁਗਦਾ। ਹੰਸ ਮਾਸਾਧਾਰੀ ਪੰਛੀ ਹੈ। ਤੇ ਅਸੀਂ ਹੈਰਾਨ ਹੋਵਾਂਗੇ ਵੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਦੁਹਾਈ ਦੇ ਰਹੇ ਨੇ, ਹੰਸਾਂ ਹੀਰਾ ਮੋਤੀ ਚੁਗਣਾ ਬਗ ਡੱਡਾ ਭਾਲਣ ਜਾਵੇ। ਜਿਹੜਾ ਹੰਸ ਹੀਰੇ ਮੋਤੀ ਚੁਗਦਾ ਹੈ ਤੇ ਬਗਲਾ ਜਿਹੜਾ ਹੈ ਉਹ ਮੇਂਢਕ ਮੱਛੀਆਂ ਨਾਲ ਪਿਆਰ ਪਾਉਂਦਾ ਹੈ। ਅਸਲ ਵਿੱਚ ਗੁਰਬਾਣੀ ਸੱਚੀ ਹੈ, ਇਹਨੂੰ ਕੋਈ ਝੂਠਾ ਨਹੀਂ ਕਹਿ ਸਕਦਾ, ਇਹ ਸੱਚੀ ਹੈ। ਗੱਲ ਇਹ ਹੈ, ਜਿਹੜਾ ਸੀਪ ਦੇ ਵਿੱਚ ਕੱਚਾ ਮੋਤੀ ਹੁੰਦਾ ਨਾ, ਕੱਚਾ ਮੋਤੀ ਉਹ ਮਾਸ ਦਾ ਰੂਪ ਹੁੰਦਾ, ਮਾਸ ਦਾ ਢੇਲਾ ਹੁੰਦਾ। ਜਦੋਂ ਪੱਕ ਜਾਂਦਾ ਨਾ ਤਾਂ ਮੋਤੀ ਬਣ ਜਾਂਦਾ। ਉਹ ਕੱਚੇ ਮੋਤੀ ਨੂੰ ਹੰਸ ਪੀ ਕੇ ਤੇ ਗੁਜ਼ਾਰਾ ਕਰਦਾ ਜੀ। ਕੱਚੇ ਮੋਤੀ ਨੂੰ, ਮਾਸ ਦਾ ਰੂਪ ਹੈ, ਪੱਕ ਕੇ ਸੁੱਚਾ ਮੋਤੀ ਬਣਦਾ ਹੈ। ਉਹ ਹਾਰਡ ਮੋਤੀ ਨਹੀਂ ਖਾਂਦਾ, ਕੱਚਾ ਮੋਤੀ ਖਾਂਦਾ ਹੈ। ਖਾਣੇ ਉਸਨੇ ਮੋਤੀ ਨੇ, ਪਰ ਬਗਲਾ ਜਿਹੜਾ ਹੈ ਉਹਦਾ ਪਿਆਰ ਗੰਦਗੀ ਦੇ ਨਾਲ ਹੈ। ਵੇਖਣ ਵਿੱਚ ਆਮ ਮਨੁੱਖ, ਗੁਰਸਿੱਖ ਤੇ ਮਨਮੁਖ ਸਰੀਰ ਕਰਕੇ ਇੱਕੋ ਜਿਹੇ ਹੁੰਦੇ ਨੇ, ਇੱਕੋ ਜਿਹਾ ਹੀ ਉਹਨਾਂ ਦਾ ਚਿਹਰਾ, ਇੱਕੋ ਜਿਹਾ ਹੀ ਕੱਪੜੇ, ਪਰ ਬਿਰਤੀ ਦਾ ਬੜਾ ਫਰਕ ਹੁੰਦਾ ਹੈ। ਅੰਦਰ ਦੀ ਸੋਚ ਦਾ ਬਹੁਤ ਫਰਕ ਹੁੰਦਾ ਹੈ। ਸੋਚ ਕਰਕੇ ਹੀ ਬੰਦਾ ਸਿੱਖ ਹੈ, ਸੋਚ ਕਰਕੇ ਹੀ ਹਿੰਦੂ ਹੈ, ਸੋਚ ਕਰਕੇ ਹੀ ਮੁਸਲਮਾਨ ਹੈ, ਸੋਚ ਕਰਕੇ ਜੈਨੀ ਬੋਧੀ ਹੈ। ਜੇ ਉਹਦੀ ਸੋਚ ਹਿੰਦੂ ਮੱਤ ਵਾਲੀ ਉਹ ਹਿੰਦੂ ਹੈ, ਜੇ ਸੋਚ ਉਸਦੀ ਈਸਾਈ ਮੱਤ ਵਾਲੀ ਹੈ, ਭਾਵੇਂ ਸਿੱਖ ਹੋਵੇ, ਸੋਚ ਈਸਾਈ ਮੱਤ ਵਾਲੀ ਈਸਾਈ ਹੈ। ਸੋਚ ਕਰਕੇ ਹੀ ਬੰਦਾ, ਉਹਦਾ ਮਜ਼ਹਬ ਹੈ, ਉਹਦਾ ਧਰਮ ਹੈ। ਜੈਸੇ ਤੋ ਮਰਾਲ ਮਾਲ ਬੈਠਤ ਹੈ ਮਾਨ ਸਰ, रतन अमोलक खाए खाए बिग सात हैं, जैसे तो सुजन मिल बैठत हैं पाकसाल, अनेक प्रकार बिंज नाद रस खात हैं। पाकसाल कहते ने रसोई घर नूं। आपने हिंदी लफ्ज पढ़िया होगा, पाठशाला, कर्मशाला, धर्मशाला, ये मिलते मिलते लफ्ज ने। शाला कहते ने वो थां जिथे बैठ के सिक्ख्या प्राप्त की जाए। पाकसाल भोजन, रसोई घर विच बनया होया भोजन जदों इकट्ठे बैठ के लोग छकदे ने ना, परिवार दे मैंबर, ते परिवार दा प्यार वधदा जे, प्यार वधदा है। परिवार दा प्यार क्यों घट गया है कि असीं इकट्ठे बैठ के कदी प्रशादा ही नहीं छकिया, ते गुरु की संगत विच असीं इकट्ठे बैठ के प्रशादा छकण दा भाव यही है कि साडे अंदरों ऊच नीच दा भेदभाव, नीवीं उच्ची जात दा भेदभाव खत्म हो जाए। पर मैं अफसोस नाल गल कहना वा, मैं तकरीबन 22 कंट्रियां विच गया वां, मैं देखिया है बड़े नेड़े हो के, सारे थां इहो ही हाल है। ऊच नीच का भेदभाव, रामगढ़ियां का गुरुद्वारा, आ रविदासियां का गुरुद्वारा, आ माझे वालियां दा, आ दुआबे वालियां दा, आ जट्टां दा, आ फलाणियां दा, धर्म के नाम ते असीं गुरुद्वारियां नूं गुरु नूं भी वंड दिता है। साडा प्यार कित्थों बनेगा? असीं एक किस तरह होवांगे? ये छोटी जी कंट्री सिंगापुर 8 गुरुद्वारे ने, भाई इकबाल सिंह